प्यारे विद्यार्थियों, ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਬੋਰਡ ਦੀਆਂ ਪ੍ਰੀਖਿਆਵਾਂ ਬਾਰੇ। ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਬੋਰਡ ਦੀਆਂ ਪ੍ਰੀਖਿਆਵਾਂ ਦੀ ਜੋ ਡੇਟ ਸ਼ੀਟ ਹੈ ਉਹ ਜਾਰੀ ਹੋ ਚੁੱਕੀ ਹੈ ਅਤੇ ਮੈਨੂੰ ਉਮੀਦ ਹੈ ਕਿ ਸਾਰੇ ਹੀ ਬੱਚੇ ਬੜੀ ਮਿਹਨਤ ਨਾਲ ਤਿਆਰੀ ਕਰ ਰਹੇ ਹੋਣਗੇ, ਕਿਉਂਕਿ ਹਰ ਬੱਚਾ ਚਾਹੁੰਦਾ ਹੈ ਕਿ ਉਸਦੇ ਜੋ ਬੋਰਡ ਦੇ ਪੇਪਰ ਹਨ ਉਹਨਾਂ ਵਿੱਚ ਹਰ ਵਿਸ਼ੇ ਵਿੱਚ ਵਧੀਆ ਨੰਬਰ ਆਉਣ। ਤੇ ਅੱਜ ਦੀ ਵੀਡੀਓ ਇਸੇ ਦੇ ਰਿਲੇਟਡ ਹੈ। ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕੁਝ ਜ਼ਰੂਰੀ ਹਦਾਇਤਾਂ ਦੀ, ਜਿਨ੍ਹਾਂ ਦੀ ਬੱਚਿਆਂ ਨੇ ਪੇਪਰ ਕਰਦੇ ਸਮੇਂ ਧਿਆਨ ਰੱਖਣਾ ਹੈ ਤਾਂ ਜੋ ਹਰ ਵਿਸ਼ੇ, ਇਸ ਵਿੱਚ ਆਪਾਂ ਮੈਥ ਵਿਸ਼ੇ ਦੀ ਗੱਲ ਕੀਤੀ ਹੈ ਮੇਨਲੀ, ਬਟ ਇਸ ਦੇ ਨਾਲ ਨਾਲ ਆਪਾਂ ਹਰੇਕ ਵਿਸ਼ੇ ਦੀ ਗੱਲ ਕਰਾਂਗੇ ਤਾਂ ਕਿ ਹਰ ਵਿਸ਼ੇ ਦੇ ਪੇਪਰ ਵਿੱਚ ਜੋ ਬੱਚੇ ਹੈ ਉਹ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਕੇ ਪਾਸ ਹੋ ਸਕਣ। ਤੇ ਹਰੇਕ ਬੱਚੇ ਨੇ ਜੋ ਆਪਣਾ ਪੇਪਰ ਹੈ ਬਹੁਤ ਹੀ ਧਿਆਨ ਨਾਲ ਕਰਨਾ ਹੈ ਤੇ ਉਸ ਨੂੰ ਸਾਫ਼ ਸੁਥਰੇ ਢੰਗ ਨਾਲ ਕਰਨਾ ਹੈ। ਤੇ ਅੱਜ ਆਪਾਂ ਪੜਾਂਗੇ ਉਹ ਸਾਰੀਆਂ ਹਦਾਇਤਾਂ ਜਿਹੜੇ ਕਿ ਬੱਚੇ ਉਹਨਾਂ ਨੂੰ ਪਾਲਣਾ ਕਰਨਗੇ ਤਾਂ ਉਹਨਾਂ ਦੇ ਵੱਧ ਤੋਂ ਵੱਧ ਨੰਬਰ ਉਹ ਆਪਣੇ ਬੋਰਡ ਦੇ ਪੇਪਰਾਂ ਵਿੱਚ ਲੈ ਸਕਣਗੇ। ਸਟੂਡੈਂਟ ਆਓ ਹੁਣ ਉਹ ਸਾਰੀਆਂ ਹਦਾਇਤਾਂ ਪੜ੍ਹਦੇ ਹਾਂ ਆਪਾਂ ਜੀ। ਸਭ ਤੋਂ ਪਹਿਲੇ ਆਪਣੇ ਕੋਲ ਹਦਾਇਤ ਹੈ ਜੀ, ਜੋ ਪ੍ਰੀਖਿਆ ਸ਼ੁਰੂ ਹੋਣ ਤੋਂ 15 ਮਿੰਟ ਪਹਿਲਾਂ ਪ੍ਰੀਖਿਆ ਕੇਂਦਰ ਵਿੱਚ ਪਹੁੰਚਣਾ। ਇਹ ਬਹੁਤ ਹੀ ਇੰਪੋਰਟੈਂਟ ਹੈ ਕਿ ਇੱਥੇ ਲਿਖਿਆ ਜਿਸ ਤਰ੍ਹਾਂ ਆਪਾਂ ਮਿਨੀਮਮ 15 ਮਿੰਟ, ਪਰ ਜ਼ਰੂਰੀ ਨਹੀਂ ਕਿ ਤੁਸੀਂ 15 ਮਿੰਟ ਹੀ ਪਹੁੰਚਣਾ ਹੈ। ਤੁਸੀਂ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਅੱਧਾ ਘੰਟਾ ਪਹਿਲਾਂ, 30 ਮਿੰਟ ਪਹਿਲਾਂ ਹੀ ਪ੍ਰੀਖਿਆ ਕੇਂਦਰ ਵਿੱਚ ਪਹੁੰਚ ਜਾਣਾ ਹੈ, ਕਿਉਂਕਿ ਜਦੋਂ ਬੱਚਾ ਬਿਲਕੁਲ ਟਾਈਮ 'ਤੇ ਪੇਪਰ ਵਿੱਚ ਪਹੁੰਚਦਾ ਹੈ ਤਾਂ ਉਹ ਕਈ ਗੱਲਾਂ ਮਿਸ ਕਰ ਜਾਂਦਾ ਹੈ, ਜੋ ਕਿ ਉਸ ਤੋਂ 10-15 ਮਿੰਟ ਪਹਿਲਾਂ ਜੋ ਟੀਚਰਸ ਨੇ ਇੰਸਟਰਕਸ਼ਨ ਦੇਣੀਆਂ ਹੁੰਦੀਆਂ ਹਨ ਤੁਹਾਨੂੰ, ਅਤੇ ਉਹ ਜੋ ਫਿਰ ਪੇਪਰ ਵੀ ਆਪਣਾ ਜੋ ਪੇਪਰ ਉਸ ਨੂੰ ਮਿਲਦਾ ਹੈ ਆਪਣਾ ਨਾਮ ਵਗੈਰਾ ਲਿਖਣ ਲਈ ਜੋ 15 ਮਿੰਟ ਉਸ ਨੂੰ ਮਿਲਦੇ ਹਨ, ਉਹ ਕਾਹਲੀ ਵਿੱਚ ਕਈ ਵਾਰ ਗਲਤੀ ਕਰ ਜਾਂਦਾ ਹੈ। ਇਸ ਲਈ ਮੇਰੀ ਤੁਹਾਨੂੰ ਸੁਜੈਸ਼ਨ ਹੈ ਕਿ ਤੁਸੀਂ 15 ਮਿੰਟ ਨਹੀਂ, ਤੁਸੀਂ ਉਸ ਨੂੰ ਅੱਧਾ ਘੰਟਾ ਪਹਿਲਾਂ ਪੇਪਰ ਦੇ ਵਿੱਚ ਪਹੁੰਚ ਜਾਓ। ਦੂਸਰਾ ਹੈ, ਜੇਕਰ ਮੈਥ ਦਾ ਪੇਪਰ ਹੈ ਤਾਂ ਪੇਪਰ ਵਾਲੇ ਦਿਨ ਆਪਣਾ ਜੋ ਜਿਓਮੈਟਰੀ ਬਾਕਸ ਹੈ ਉਹ ਨਾਲ ਲੈ ਕੇ ਜਾਣਾ ਹੈ, ਕਿਉਂਕਿ ਕਈ ਕੁਐਸਚਨਸ ਜਿਨ੍ਹਾਂ ਵਿੱਚ ਤੁਸੀਂ ਡਾਇਗਰਾਮ ਡਰਾਅ ਕਰਨੀਆਂ ਹੁੰਦੀਆਂ ਹਨ, ਅਤੇ ਇਸ ਲਈ ਜ਼ਰੂਰੀ ਨਹੀਂ ਕਿ ਮੈਥ ਦੇ ਵਿੱਚ ਹਰੇਕ ਪੇਪਰ ਦੇ ਵਿੱਚ ਤੁਹਾਨੂੰ ਆਪਣਾ ਜਿਓਮੈਟਰੀ ਬਾਕਸ ਨਾਲ ਲੈ ਕੇ ਜਾਣਾ ਚਾਹੀਦਾ ਹੈ। ਤੀਸਰੀ ਹਦਾਇਤ ਹੈ ਕਿ ਉੱਤਰ ਪੱਤਰੀ ਵਿੱਚ ਦਿੱਤੀਆਂ ਹਦਾਇਤਾਂ ਚੰਗੀ ਤਰ੍ਹਾਂ ਪੜ੍ਹਨੀਆਂ ਹਨ। ਇਸ ਦਾ ਤੁਹਾਨੂੰ ਇੱਕ ਨਮੂਨਾ ਵੀ ਅੱਗੇ ਜਾ ਕੇ ਮਿਲ ਜਾਏਗਾ ਕਿ ਜੋ ਵੀ ਉੱਤਰ ਪੱਤਰੀ ਹੈ ਉਸ ਦੇ ਵਿੱਚ ਕੁਝ ਸਟਾਰਟਿੰਗ ਪੇਜ 'ਤੇ, ਪਹਿਲੇ ਪੇਜ 'ਤੇ ਹਦਾਇਤਾਂ ਲਿਖੀਆਂ ਹੁੰਦੀਆਂ ਹਨ, ਉਹ ਸਾਰੀਆਂ ਹਦਾਇਤਾਂ ਤੁਸੀਂ ਇੱਕ ਵਾਰ ਚੰਗੀ ਤਰ੍ਹਾਂ ਪੜ੍ਹ ਲੈਣੀਆਂ ਹਨ। ਇਸ ਲਈ ਲਿਖਿਆ ਜਾਂਦਾ ਹੈ ਕਿ ਤੁਸੀਂ 15 ਮਿੰਟ ਉੱਥੇ ਪਹਿਲਾਂ ਪਹੁੰਚ ਜਾਓ ਤਾਂ ਕਿ ਤੁਹਾਨੂੰ ਜੋ ਆਨਸਰ ਸ਼ੀਟ ਹੈ ਉਹ ਤੁਹਾਨੂੰ ਉੱਤਰ ਪੱਤਰੀ ਦੇ ਦਿੱਤੀ ਜਾਂਦੀ ਹੈ, ਤਾਂ ਜੋ ਆਪਣਾ ਤੁਸੀਂ ਨਾਮ ਫਿਲ ਕਰ ਸਕੋ, ਰੋਲ ਨੰਬਰ ਵਗੈਰਾ ਫਿਲ ਕਰ ਸਕੋ ਅਤੇ ਨਾਲ ਹੀ ਤੁਸੀਂ ਉਹ ਸਾਰੀਆਂ ਹਦਾਇਤਾਂ ਪੜ੍ਹ ਸਕੋ। ਅਗਲੀ ਹਦਾਇਤ ਇਸ ਤਰ੍ਹਾਂ ਹੈ ਜੀ, ਉੱਤਰ ਪੱਤਰੀ ਭਰਨ ਤੋਂ ਪਹਿਲਾਂ ਉੱਤਰ ਪੱਤਰੀ ਦੇ ਪੰਨੇ ਚੰਗੀ ਤਰ੍ਹਾਂ ਚੈੱਕ ਕਰ ਲੈਣੇ ਹਨ, ਕਿਉਂਕਿ ਕਈ ਵਾਰ ਵਿੱਚ ਜੋ ਪੇਜਸ ਹੈ ਉਹ ਫਟੇ ਹੋਏ ਹੁੰਦੇ ਹਨ, ਜਾਂ ਤੁਸੀਂ ਜੇ ਪੰਜਾਬੀ ਜਾਂ ਹਿੰਦੀ ਦਾ ਕੋਈ ਪੇਪਰ ਕਰ ਰਹੇ ਹੋ ਤਾਂ ਕਈ ਵਾਰ ਉਹ ਪੇਜ ਕੋਈ ਬਲੈਂਕ ਹੁੰਦਾ ਹੈ, ਵਿੱਚ ਵਾਈਟ ਪੇਜ ਆ ਜਾਂਦਾ ਹੈ, ਬਿਲਕੁਲ ਉਸ 'ਤੇ ਲਾਈਨਾਂ ਨਹੀਂ ਹੁੰਦੀਆਂ। ਇਸ ਲਈ ਸਾਰੀਆਂ ਜੋ ਉੱਤਰ ਪੱਤਰੀਆਂ, ਤੁਸੀਂ ਨਾਮ ਲਿਖਣ ਤੋਂ ਪਹਿਲਾਂ ਤੁਸੀਂ ਨਾਮ ਨਹੀਂ ਲਿਖਣਾ, ਪਹਿਲਾਂ ਆਪਣੀ ਉੱਤਰ ਪੱਤਰੀ ਨੂੰ ਚੈੱਕ ਕਰਨਾ ਹੈ ਕਿ ਉਹ ਸਾਰੀ ਸਹੀ ਹੈ, ਉਸ ਤੋਂ ਬਾਅਦ ਉਸ ਦੇ ਉੱਪਰ ਆਪਣਾ ਨਾਮ, ਰੋਲ ਨੰਬਰ ਸਾਰਾ ਫਿਲ ਕਰਨਾ ਸ਼ੁਰੂ ਕਰਨਾ ਹੈ। ਉੱਤਰ ਪੱਤਰੀ ਵਿੱਚ ਪੁੱਛੀ ਜਾਣਕਾਰੀ ਸਹੀ ਭਰਨਾ, ਜੋ ਜਾਣਕਾਰੀ ਪੁੱਛੀ ਗਈ ਹੈ ਉਸ ਨੂੰ ਆਪਾਂ ਸਹੀ ਤਰੀਕੇ ਨਾਲ ਤੁਸੀਂ ਭਰਨਾ ਹੈ, ਕੋਈ ਵੀ ਜਾਣਕਾਰੀ ਤੁਸੀਂ ਗਲਤ ਨਹੀਂ ਵਿੱਚ ਭਰਨੀ ਹੈ। ਹੁਣ ਅਗਲੀ ਜਾਣਕਾਰੀ ਪੜ੍ਹਦੇ ਹਾਂ ਜੀ। ਹੁਣ ਨੈਕਸਟ ਆਪਾਂ ਨੂੰ ਨਜ਼ਰ ਆ ਰਿਹਾ ਹੈ ਜੋ ਉੱਤਰ ਪੱਤਰੀ ਮਤਲਬ ਜੋ ਤੁਹਾਨੂੰ ਆਨਸਰ ਸ਼ੀਟ ਮਿਲਣੀ ਹੈ, ਉਸ ਦਾ ਜੋ ਫਸਟ ਪੇਜ ਹੈ ਉਹ ਤੁਹਾਨੂੰ ਇਸ ਤਰ੍ਹਾਂ ਨਜ਼ਰ ਆਏਗਾ, ਜਿਸ ਤਰ੍ਹਾਂ ਤੁਹਾਨੂੰ ਸਕਰੀਨ ਦੇ ਉੱਪਰ ਨਜ਼ਰ ਆ ਰਿਹਾ ਹੈ। ਅਤੇ ਇਸ ਦੇ ਵਿੱਚ ਤੁਸੀਂ ਆਪਣੀ ਜਾਣਕਾਰੀ ਭਰਨੀ ਹੈ, ਜਿਸ ਤਰ੍ਹਾਂ ਇੱਥੇ ਰੋਲ ਨੰਬਰ ਭਰਨਾ ਹੈ, ਇਸ ਜਗ੍ਹਾ 'ਤੇ ਪ੍ਰੀਖਿਆਰਥੀ ਦਾ ਨਾਮ, ਸਟੂਡੈਂਟ ਨੇ ਆਪਣਾ ਨਾਮ ਭਰਨਾ ਹੈ ਕੈਪੀਟਲ ਲੈਟਰ ਵਿੱਚ ਇੰਗਲਿਸ਼। ਫਿਰ ਇਸ ਜਗ੍ਹਾ 'ਤੇ ਆਪਣੇ ਕੋਲ ਵਿਸ਼ਾ ਲਿਖਿਆ ਹੋਇਆ ਹੈ, ਕਿਹੜਾ ਵਿਸ਼ਾ ਆਪਣੇ ਕੋਲ ਪੇਪਰ ਹੈ, ਫਿਰ ਪ੍ਰੀਖਿਆ ਦੀ ਮਿਤੀ ਕਿਹੜੀ ਹੈ ਅਤੇ ਦਿਨ ਕਿਹੜਾ ਹੈ। ਉਸ ਤੋਂ ਬਾਅਦ ਉਹ ਜੋ ਪੇਪਰ ਹੈ ਕਿਸ ਮਾਧਿਅਮ ਵਿੱਚ ਦੇਗਾ, ਇੰਗਲਿਸ਼ ਜਾਂ ਵਿੱਚ ਜਾਂ ਪੰਜਾਬੀ ਵਿੱਚ। ਫਿਰ ਪ੍ਰਸ਼ਨ ਪੱਤਰ ਦੇ ਉੱਪਰ ਜਦੋਂ ਤੁਹਾਨੂੰ ਕੁਐਸਚਨ ਪੇਪਰ ਮਿਲੇਗਾ, ਪਹਿਲਾਂ ਤੁਹਾਨੂੰ ਉੱਤਰ ਪੱਤਰੀ ਮਿਲੇਗੀ, ਉੱਤਰ ਪੱਤਰੀ ਤੋਂ 15 ਜਾਂ 20 ਮਿੰਟ ਦੇ ਬਾਅਦ ਤੁਹਾਨੂੰ ਪ੍ਰਸ਼ਨ ਪੱਤਰ ਮਿਲੇਗਾ, ਜਿਸ ਨੂੰ ਆਪਾਂ ਕੁਐਸਚਨ ਪੇਪਰ ਕਹਿ ਦਿੰਦੇ ਹਨ। ਅਤੇ ਕੁਐਸਚਨ ਪੇਪਰ ਦਾ ਕੋਡ ਤੁਸੀਂ ਇਸ ਜਗ੍ਹਾ 'ਤੇ ਭਰਨਾ ਹੈ, ਜੋ ਵੀ ਕੋਡ ਤੁਹਾਡਾ ਹੋਏਗਾ ABCD, ਜੋ ਵੀ ਕੋਡ ਮਿਲੇਗਾ ਉਹ ਇਸ ਜਗ੍ਹਾ 'ਤੇ ਆਪਾਂ ਭਰਨਾ ਹੈ। ਅਤੇ ਇਹ ਜੋ ਹੈ ਇਹ ਆਪਣੇ ਕੋਲ ਜੋ ਸਪੈਸ਼ਲ ਸਟੂਡੈਂਟਸ ਹੁੰਦੇ ਹਨ, ਫਿਜ਼ੀਕਲੀ ਚੈਲੰਜਡ, ਉਹਨਾਂ ਲਈ ਹੈ ਨੈਕਸਟ ਜੋ ਕਾਲਮ ਹੈ। ਅਤੇ ਹੁਣ ਜਿਸ ਤਰ੍ਹਾਂ ਇਹ ਆਪਣੇ ਕੋਲ ਇੱਕ ਖਾਲੀ ਸੈਂਪਲ ਸੀਗਾ ਆਪਣੇ ਕੋਲ, ਇਸ ਤਰ੍ਹਾਂ ਹੀ ਅੱਗੇ ਤੁਹਾਨੂੰ ਇੱਕ ਜੋ ਸੇਮ ਜੋ ਪੇਜ ਹੈ ਉਸ ਵਿੱਚ ਸਾਰਾ ਕੁਝ ਭਰ ਕੇ ਦਿਖਾਇਆ ਜਾਏਗਾ ਕਿ ਕਿਸ ਤਰ੍ਹਾਂ ਇਸ ਨੂੰ ਆਪਾਂ ਭਰਨਾ ਹੈ। ਇਸ ਦਾ ਵੀ ਸੈਂਪਲ ਤੁਹਾਨੂੰ ਦਿੱਤਾ ਹੋਇਆ ਹੈ।
ਇਹ ਜੋ ਵਿਦਿਆਰਥੀਆਂ ਲਈ ਸਾਰੀਆਂ ਹਦਾਇਤਾਂ ਹਨ, ਇਹ ਸਾਰੀਆਂ ਹਦਾਇਤਾਂ ਵਿਦਿਆਰਥੀਆਂ ਨੇ ਪੜ੍ਹ ਲੈਣੀਆਂ ਹਨ। ਤੇ ਹੁਣ ਇਹ ਸੇਮ ਜੋ ਉਸ ਆਪਾਂ ਉੱਪਰ ਕੀਤਾ ਹੈ, ਖਾਲੀ ਜੋ ਨਮੂਨਾ ਪੱਤਰ ਸੀਗਾ ਆਪਣੇ ਕੋਲ, ਪ੍ਰਸ਼ਨ ਪੱਤਰ ਉੱਤਰ ਪੱਤਰੀ, ਹੁਣ ਇਸ ਦੇ ਵਿੱਚ ਆਪਣੇ ਕੋਲ ਸਾਰਾ ਹੀ ਜੋ ਹੈ ਉਹ ਭਰ ਕੇ ਦਿਖਾਇਆ ਗਿਆ ਹੈ ਕਿ ਇਸ ਜਗ੍ਹਾ ਰੋਲ ਨੰਬਰ ਭਰ ਕੇ ਕਿਸ ਤਰ੍ਹਾਂ ਨੀਚੇ ਜੋ ਬਬਲਸ ਹਨ ਉਹਨਾਂ ਨੂੰ ਡਾਰਕ ਕਰਨਾ ਹੈ, ਇਸ ਜਗ੍ਹਾ ਨੇਮ ਨੂੰ ਭਰ ਕੇ ਨੀਚੇ ਬਬਲਸ ਨੂੰ ਡਾਰਕ ਕਰਨਾ ਹੈ, ਤੇ ਇਸ ਜਗ੍ਹਾ ਤੇ ਵਿਸ਼ਾ, ਮਿਤੀ, ਸਾਰਾ ਕੁਝ ਲਿਖ ਕੇ ਦਿਖਾਇਆ ਗਿਆ ਹੈ। ਇਸ ਨੂੰ ਧਿਆਨ ਨਾਲ ਤੁਸੀਂ ਦੇਖ ਲੈਣਾ ਹੈ। ਸੈਂਟਰ ਕੋਡ ਤੁਹਾਡਾ ਕਿਹੜਾ ਹੈ, ਸਬਜੈਕਟ ਕੋਡ ਕਿਹੜਾ ਹੈ, ਉਹ ਤੁਹਾਨੂੰ ਜੋ ਇੰਸਟਰਕਸ਼ਨਸ ਜਦੋਂ ਟੀਚਰਸ ਦੇਣਗੇ, ਜਦੋਂ ਪੇਪਰ ਤੁਹਾਡਾ ਹੋਏਗਾ, ਉਹ ਸਾਰਾ ਕੁਝ ਤੁਹਾਨੂੰ ਇਹ ਦੱਸ ਦੇਣਗੇ। ਜੇਕਰ ਕੋਈ ਵੀ ਚੀਜ਼ ਸਟੂਡੈਂਟਸ ਤੁਹਾਨੂੰ ਉਸ ਸਮੇਂ ਨਹੀਂ ਪਤਾ ਲੱਗ ਰਹੀ ਤਾਂ ਤੁਸੀਂ ਉਹ ਆਪਣੇ ਆਪ ਨਹੀਂ ਭਰਨੀ, ਟੀਚਰ ਨੂੰ ਪੁੱਛ ਕੇ ਹੀ ਸਾਰਾ ਕੁਝ ਇਹ ਭਰਨਾ ਹੈ। ਇਹ ਜੇਕਰ ਬੱਚੇ ਨੇ ਕਿਸੇ ਨੇ ਗਲਤ ਕਰ ਦਿੱਤਾ ਹੈ ਤਾਂ ਉਸ ਦਾ ਜੋ ਪੇਪਰ ਹੈ ਉਹ ਰੱਦ ਹੋ ਸਕਦਾ ਹੈ। ਇਸ ਲਈ ਇਹ ਸਾਰੀ ਚੀਜ਼ਾਂ ਬੱਚੇ ਨੇ ਬਹੁਤ ਹੀ ਧਿਆਨ ਨਾਲ ਭਰਨੀਆਂ ਹਨ। ਸੋ ਇਸ ਤੋਂ ਬਾਅਦ ਬੱਚੇ ਨੂੰ ਜਦੋਂ ਪ੍ਰਸ਼ਨ ਪੱਤਰ ਮਿਲ ਜਾਏਗਾ, ਅਗਲੀ ਹਦਾਇਤ ਦੇ ਵਿੱਚ ਹੈ ਕਿ ਪ੍ਰਸ਼ਨ ਪੱਤਰ ਮਿਲਣ 'ਤੇ ਜਦੋਂ ਉਸ ਨੂੰ ਕੁਐਸਚਨ ਪੇਪਰ ਮਿਲ ਜਾਏਗਾ ਤੇ ਉਸਨੇ ਆਪਣਾ ਰੋਲ ਨੰਬਰ ਫਿਲ ਕਰਨਾ ਹੈ। ਇਸ ਜਗ੍ਹਾ ਤੇ ਰੋਲ ਨੰਬਰ ਫਿਲ ਕਰਨਾ ਹੈ ਤੇ ਜੋ ਵੀ ਇੰਸਟਰਕਸ਼ਨਸ ਉੱਪਰ ਦਿੱਤੀਆਂ ਹਨ ਉਸ ਨੂੰ ਅੱਛੀ ਤਰ੍ਹਾਂ ਪੜ੍ਹ ਲੈਣਾ ਹੈ। ਤੇ ਇਹ ਵੀ ਕਾਫੀ ਇੰਪੋਰਟੈਂਟ ਨੈਕਸਟ ਜੋ ਆਪਣੇ ਕੋਲ ਇੰਸਟਰਕਸ਼ਨ ਹੈ, ਇੰਸਟਰਕਸ਼ਨ ਨੰਬਰ 7, ਜੋ ਪ੍ਰਸ਼ਨ ਚੰਗੀ ਤਰ੍ਹਾਂ ਆਉਂਦਾ ਹੈ ਉਸ ਨੂੰ ਪਹਿਲਾਂ ਹੱਲ ਕੀਤਾ ਜਾਵੇ ਅਤੇ ਉਸ ਪ੍ਰਸ਼ਨ ਦਾ ਲੜੀ ਨੰਬਰ ਧਿਆਨ ਨਾਲ ਉੱਤਰ ਪੱਤਰੀ ਵਿੱਚ ਲਿਖਿਆ ਜਾਵੇ। ਹੁਣ ਜੋ ਕੁਐਸਚਨ ਪੇਪਰ ਹੈ ਉਸ ਦੇ ਵਿੱਚ ਮੰਨ ਲਓ ਕਿ ਤੁਹਾਨੂੰ ਪਹਿਲਾਂ ਕੁਐਸਚਨ 30 ਕੁਐਸਚਨ ਹਨ ਟੋਟਲ, ਤੇ ਤੁਹਾਨੂੰ ਜੋ 10ਵਾਂ ਕੁਐਸਚਨ ਹੈ ਉਹ ਅੱਛੀ ਤਰ੍ਹਾਂ ਆਉਂਦਾ ਹੈ, ਤੇ ਤੁਸੀਂ ਕੀ ਕਰਨਾ ਹੈ, ਤੁਸੀਂ 10ਵਾਂ ਕੁਐਸਚਨ ਪਹਿਲਾਂ ਸਟਾਰਟ ਕਰ ਦੇਣਾ ਹੈ। ਕੁਐਸਚਨ ਪੇਪਰ ਦੇ ਵਿੱਚ ਇਸ ਤਰ੍ਹਾਂ 10 ਲਿਖ ਕੇ ਤੇ ਉਸ ਕੁਐਸਚਨ ਨੂੰ ਤੁਸੀਂ ਉਸ ਦਾ ਆਨਸਰ ਲਿਖ ਦੇਣਾ ਹੈ। ਤੇ ਜਦੋਂ ਆਨਸਰ ਪੂਰਾ ਖਤਮ ਹੋ ਜਾਏਗਾ, ਉਹ 10ਵੇਂ ਕੁਐਸਚਨ ਦਾ ਪੂਰਾ ਕੁਐਸਚਨ ਕੰਪਲੀਟ ਹੋ ਜਾਏਗਾ, ਤੇ ਤੁਸੀਂ ਇਸ ਤਰ੍ਹਾਂ ਇੱਕ ਲਾਈਨ ਲਗਾ ਦੇਣੀ ਹੈ, ਡਾਰਕ ਕਰ ਦੇਣਾ ਉਸ ਲਾਈਨ ਨੂੰ। ਉਸ ਤੋਂ ਪਤਾ ਲੱਗੇਗਾ ਕਿ ਇਹ 10ਵਾਂ ਕੁਐਸਚਨ ਤੁਹਾਡਾ ਇਸ ਜਗ੍ਹਾ ਤੋਂ ਸਟਾਰਟ ਹੋ ਕੇ ਇੱਥੇ ਤੁਹਾਡਾ ਇਹ ਖਤਮ ਹੋ ਚੁੱਕਾ ਹੈ। ਮੰਨ ਲਓ ਕਿ ਉਸ ਤੋਂ ਬਾਅਦ ਤੁਹਾਨੂੰ ਜੋ ਕੁਐਸਚਨ 11ਵਾਂ 12ਵਾਂ ਨਹੀਂ ਆਉਂਦਾ ਹੈ, ਤੁਹਾਨੂੰ 13ਵਾਂ ਕੁਐਸਚਨ ਆਉਂਦਾ ਹੈ, ਤੇ ਤੁਸੀਂ ਅਗਲਾ ਜੋ ਕੁਐਸਚਨ ਹੈ ਉਹ 13ਵਾਂ ਇਸ ਤਰ੍ਹਾਂ ਉਸ ਨੂੰ ਰਾਊਂਡ ਕਰਕੇ ਤੇ ਇਸ ਤਰ੍ਹਾਂ ਉਸ ਦਾ ਹੱਲ ਲਿਖ ਦੇਣਾ ਹੈ। ਜੋ ਕੁਐਸਚਨ ਪੇਪਰ ਦੇ ਉੱਪਰ ਕੁਐਸਚਨ ਲਿਖਿਆ ਹੈ, ਕੁਐਸਚਨ ਦਾ ਨੰਬਰ ਉਹੀ ਪਾਉਣਾ ਹੈ ਜੋ ਕੁਐਸਚਨ ਪੇਪਰ ਦੇ ਉੱਪਰ ਨੰਬਰ ਲਿਖਿਆ ਹੈ। ਨੰਬਰਿੰਗ ਤੁਸੀਂ ਕੁਐਸਚਨ ਪੇਪਰ ਦੀ ਕੁਐਸਚਨ ਦੀ ਜੋ ਨੰਬਰਿੰਗ ਹੈ ਉਹ ਸਟੂਡੈਂਟ ਆਪਣੇ ਆਪ ਨਹੀਂ ਕਰਨੀ, ਕੁਐਸਚਨ ਪੇਪਰ ਦਾ ਨੰਬਰ ਉਹੀ ਲਿਖਣਾ ਹੈ ਜੋ ਕੁਐਸਚਨ ਪੇਪਰ ਦੇ ਉੱਪਰ ਲਿਖਿਆ ਹੈ। ਜੋ ਤੁਹਾਡੀ ਉੱਤਰ ਪੱਤਰੀ ਹੈ ਉਸ 'ਤੇ 13ਵਾਂ ਕੁਐਸਚਨ ਤੁਹਾਨੂੰ ਆ ਰਿਹਾ ਹੈ, 13ਵਾਂ ਕੁਐਸਚਨ ਤੁਸੀਂ ਲਿਖ ਦੇਣਾ ਹੈ, ਤੇ ਉਸ ਤੋਂ ਬਾਅਦ ਤੁਸੀਂ ਇੱਕ ਲਾਈਨ ਲਗਾ ਦੇਣੀ ਹੈ ਇਸ ਜਗ੍ਹਾ 'ਤੇ, ਜਿਸ ਤਰ੍ਹਾਂ ਮੈਂ ਲਗਾ ਰਿਹਾ ਹਾਂ। ਡਾਰਕ ਕਰ ਦੇਣਾ ਹੈ ਥੋੜ੍ਹਾ ਲਾਈਨ ਨੂੰ, ਤਾਂ ਕਿ ਪਤਾ ਲੱਗੇ ਕਿ 13ਵਾਂ ਕੁਐਸਚਨ ਤੁਹਾਡਾ ਇਹ ਖਤਮ ਹੋ ਚੁੱਕਾ ਹੈ। ਉਸ ਤੋਂ ਬਾਅਦ ਮੰਨ ਲਓ ਕਿ ਤੁਹਾਨੂੰ 20ਵਾਂ ਕੁਐਸਚਨ ਆਉਂਦਾ ਹੈ ਜੋ ਪ੍ਰਸ਼ਨ ਪੱਤਰ ਦੇ ਉੱਪਰ ਲਿਖਿਆ ਹੈ ਕੁਐਸਚਨ ਪੇਪਰ ਦੇ ਉੱਪਰ, ਤੇ ਤੁਸੀਂ ਉਸ ਤੋਂ ਬਾਅਦ 13ਵੇਂ ਤੋਂ ਬਾਅਦ ਇਸ ਤਰ੍ਹਾਂ 20ਵਾਂ ਕੁਐਸਚਨ ਰਾਊਂਡ ਕਰਕੇ ਤੇ 20ਵਾਂ ਕੁਐਸਚਨ ਦਾ ਆਨਸਰ ਲਿਖਣਾ ਹੈ। ਉਸ ਕੁਐਸਚਨ ਪੇਪਰ ਦੇ ਉੱਪਰ ਜੋ ਕੁਐਸਚਨ ਹੈ ਉਸ ਨੂੰ ਨਹੀਂ ਉਤਾਰਨਾ, ਸਿਰਫ ਤੁਸੀਂ ਆਨਸਰ ਲਿਖਣਾ ਹੈ, ਤੇ ਹਰੇਕ ਆਨਸਰ ਤੋਂ ਬਾਅਦ ਤੁਸੀਂ ਇੱਕ ਇਸ ਤਰ੍ਹਾਂ ਡਾਰਕ ਲਾਈਨ ਲਗਾ ਦੇਣੀ ਹੈ, ਤੇ ਜਿਸ ਤੋਂ ਜੋ ਟੀਚਰ ਚੈੱਕ ਕਰ ਰਿਹਾ ਉਸ ਨੂੰ ਪਤਾ ਲੱਗੇਗਾ ਕਿ ਇਹ ਕੁਐਸਚਨ ਇਸ ਜਗ੍ਹਾ 'ਤੇ ਤੁਹਾਡਾ ਖਤਮ ਹੋ ਚੁੱਕਾ ਹੈ। ਉਸ ਤੋਂ ਬਾਅਦ ਆਪਾਂ ਪੜ੍ਹਦੇ ਹਾਂ ਇੰਸਟਰਕਸ਼ਨਸ। ਨੈਕਸਟ ਇੰਸਟਰਕਸ਼ਨ ਆਪਣੇ ਕੋਲ ਕੀ ਹੈ, ਇਹ ਤੁਹਾਨੂੰ ਮੈਂ ਦੱਸ ਹੀ ਚੁੱਕਾ ਕਿ ਹਰ ਕੁਐਸਚਨ ਦੇ ਬਾਅਦ ਲਾਈਨ ਲਗਾਣੀ ਹੈ ਤੁਸੀਂ। ਫਿਰ ਉੱਤਰ ਪੱਤਰੀ ਦਾ ਕੋਈ ਵੀ ਪੰਨਾ ਖਾਲੀ ਨਹੀਂ ਛੱਡਣਾ। ਮੰਨ ਲਓ ਕਿ ਕੋਈ ਕੁਐਸਚਨ ਤੁਹਾਨੂੰ ਨਹੀਂ ਆ ਰਿਹਾ ਹੈ ਤਾਂ ਉਸ ਦੇ ਲਈ ਤੁਸੀਂ ਵਿੱਚ ਜਗ੍ਹਾ ਨਹੀਂ ਛੱਡਣੀ ਹੈ। ਉਸ ਕੁਐਸਚਨ ਨੂੰ ਤੁਸੀਂ ਲਾਸਟ ਵਿੱਚ, ਜਿਸ ਤਰ੍ਹਾਂ ਤੁਹਾਨੂੰ ਜਿੰਨੇ ਵੀ ਕੁਐਸਚਨ ਸਟੂਡੈਂਟਸ ਆਉਂਦੇ ਹਨ, ਪਹਿਲਾਂ ਸਾਰੇ ਕੁਐਸਚਨਸ ਕਰਨ ਤੋਂ ਬਾਅਦ ਜੋ ਕੁਐਸਚਨ ਤੁਹਾਨੂੰ ਨਹੀਂ ਆਉਂਦੇ ਹੋਣਗੇ ਜਾਂ ਥੋੜ੍ਹੇ ਉਹਨਾਂ ਬਾਰੇ ਥੋੜ੍ਹਾ ਆਈਡੀਆ ਹੈ, ਥੋੜ੍ਹੇ ਕੁਐਸਚਨਸ ਤੁਹਾਨੂੰ ਆਉਂਦੇ ਹਨ, ਉਹ ਜਿੰਨੇ ਵੀ ਕੁਐਸਚਨ ਤੁਹਾਨੂੰ ਆਉਂਦੇ ਹਨ ਉਹ ਸਾਰੇ ਹੀ ਤੁਸੀਂ ਅਟੈਂਪਟ ਕਰਨੇ ਹਨ। ਜੇ ਕੋਈ ਕੁਐਸਚਨ ਤੁਹਾਨੂੰ ਪੂਰਾ ਨਹੀਂ ਆਉਂਦਾ, ਸਿਰਫ ਉਸ ਦਾ ਫਾਰਮੂਲਾ ਹੀ ਪਤਾ ਹੈ, ਤਾਂ ਉਹ ਸਿਰਫ ਤੁਸੀਂ ਕੁਐਸਚਨ ਦਾ ਨੰਬਰ ਪਾ ਕੇ ਉਸ ਫਾਰਮੂਲੇ ਨੂੰ ਵੀ ਲਿਖ ਦਿਓਗੇ ਤਾਂ ਵੀ ਤੁਹਾਨੂੰ ਥੋੜ੍ਹੇ ਜਿਹੇ ਮਾਰਕਸ ਉਸਦੇ ਮਿਲ ਜਾਣਗੇ। ਤੇ ਕੋਈ ਵੀ ਜੋ ਉੱਤਰ ਪੱਤਰੀ ਦਾ ਕੋਈ ਪੰਨਾ ਹੈ ਉਹ ਤੁਸੀਂ ਖਾਲੀ ਨਹੀਂ ਛੱਡਣਾ ਹੈ। ਜੇਕਰ ਤੁਸੀਂ ਪੰਨਾ ਵਿੱਚੋਂ ਖਾਲੀ ਛੱਡ ਦਿੰਦੇ ਹਨ ਤਾਂ ਕਈ ਵਾਰ ਟੀਚਰ ਸਿਰਫ ਉਸ ਜਗ੍ਹਾ ਤੱਕ ਹੀ ਚੈੱਕ ਕਰਦਾ ਹੈ, ਤੇ ਉਸ ਤੋਂ ਅੱਗੇ ਉਹ ਸੋਚਦਾ ਹੈ ਕਿ ਉਹ ਸਾਰੇ ਪੰਨੇ ਖਾਲੀ ਹੋਣਗੇ, ਇਸ ਲਈ ਉਹ ਅੱਗੇ ਚੈੱਕ ਨਹੀਂ ਕਰਦਾ। ਇਸ ਲਈ ਕੋਈ ਵੀ ਪੰਨਾ ਤੁਸੀਂ ਉੱਤਰ ਪੱਤਰੀ ਦਾ ਖਾਲੀ ਨਹੀਂ ਛੱਡਣਾ ਹੈ, ਤੇ ਸਾਰੇ ਹੀ ਪ੍ਰਸ਼ਨ ਅਟੈਂਪਟ ਵੀ ਕਰਨੇ ਹਨ। ਕੋਈ ਵੀ ਪ੍ਰਸ਼ਨ ਤੁਸੀਂ ਇਸ ਤਰ੍ਹਾਂ ਦਾ ਨਾ ਹੋਵੇ ਕਿ ਤੁਸੀਂ ਉਸ ਦਾ ਜੋ ਕੁਐਸਚਨ ਨੰਬਰ ਨਾ ਪਾਇਆ ਹੋਵੇ ਜਾਂ ਉਸ ਕੁਐਸਚਨ ਦਾ ਕੁਝ ਵੀ ਨਾ ਲਿਖਿਆ ਹੋਵੇ। ਨੈਕਸਟ ਇੰਸਟਰਕਸ਼ਨ ਇਸ ਤਰ੍ਹਾਂ ਹੈ, ਉੱਤਰ ਪੱਤਰੀ ਵਿੱਚ ਹਾਸ਼ੀਏ ਪਹਿਲਾਂ ਹੀ ਮੌਜੂਦ ਹੁੰਦੇ ਹਨ, ਜਿਸ ਤਰ੍ਹਾਂ ਤੁਹਾਨੂੰ ਨਜ਼ਰ ਆ ਰਿਹਾ ਹੈ। ਲੈਫਟ ਸਾਈਡ 'ਤੇ ਖੱਬੇ ਪਾਸੇ ਇਹ ਹਾਸ਼ੀਆ ਨਜ਼ਰ ਆ ਰਿਹਾ ਹੈ,
तो इस हाशिए तो इस तरफ तुसी की पाना है, क्वेश्चन नंबर पाना है। ये हाशिया तुहाडे कोल पहले ही लगा होएगा खब्बे पासे वाला। सज्जे पासे वाला हाशिया तुसी आप लगा लेना है इस तरह, तो हाशिया लगा के इस तरफ तुसी की करना है, रफ वर्क करना है। जिस तरह मैं डार्क कर रहा है इस तरफ तुसी रफ वर्क करना है। लैफ्ट साइड ते कोई भी रफ वर्क नहीं करना। रफ साइड ते सिर्फ तुसी क्वेश्चन के नंबर पाने हैं, तो राइट साइड ते तुसी की करना है, जो भी रफ वर्क है वो सज्जे पासे करना है। तो अगली इंस्ट्रक्शन है, एक प्रश्न उपर ही ज़्यादा समा बर्बाद ना किया जाए। वो मैं तुहानूं पहलां भी दस चुका, जिहड़े क्वेश्चन तुहानूं सब तो वधिया तरीके नाल आउंदे हन उही क्वेश्चन तुसीं पहलां अटैम्प्ट करने हैं। जेकर कोई क्वेश्चन तुहानूं नहीं आता है पहलां, जां उहदे बारे थोड़ा तुहानूं घट आइडिया है, तो वो क्वेश्चन नूं तुसीं लास्ट विच अटैम्प्ट करने हैं। पहलां सिर्फ उही क्वेश्चन करने हैं जो कि तुहानूं अच्छी तरह आउंदे होणगे। प्रश्न का उत्तर पूछे अनुसार ही आंसर देना है, कि जिन्ना कि तुहाडे कोल क्वेश्चन पूछा गया है उन्ने ही क्वेश्चन का तुसीं आंसर देना है। ज़्यादा उसनूं डिटेल विच लिखण की जरूरत नहीं होगी। जेकर वो 1 या 2 नंबर का क्वेश्चन है तो उसनूं तुसीं देखना है कि वो अद्धे पेज जां अद्धे तो भी घट पेज तो क्वेश्चन सॉल्व हो जाए। उसनूं ज़्यादा लंबा लिखण की जरूरत नहीं होंदी। नैक्सट इंस्ट्रक्शन इस तरह है, उत्तर पत्री उत्ते बार बार प्रश्न ना लिखे जान। कि एक प्रश्न नूं तुसीं जेकर सॉल्व कर दिता है तो उस प्रश्न नूं अगे होर जगह ते तुसीं ना सॉल्व करो, क्योंकि इस तरह बच्चे सोचते हैं कि शायद उसनूं 2 बार नंबर मिल जाएंगे, बट इस तरह कुछ नहीं होंदा है। सिर्फ एक क्वेश्चन का एक बार ही नंबर मिलता है, वो क्वेश्चन तुहानूं बार बार लिखण की जरूरत नहीं होंदी है। तो बार बार प्रश्न भी ना लिखे जान, उत्तर तो तुसीं लिखना ही है, बट जो प्रश्न है वो भी तुहानूं प्रश्न पत्र जो उत्तर पत्री है उसके उपर नहीं लिखने होंगे। सिर्फ क्वेश्चन का नंबर पा के तुसीं उसका आंसर लिखना होंदा है। नैक्सट इंस्ट्रक्शन इस तरह है, जेकर किसी प्रश्न का उत्तर गलत हो जाए तो उसनूं केवल एक बार ही क्रॉस किया जाए। हुण मैं तुहानूं इसकी एग्जाम्पल दिना है। मान लो कि कई बार बच्चे करते हैं कि क्वेश्चन कोई गलत है तो उसनूं इस तरह 2-3 बार इस तरह कांटे लगा देंगे हैं कि ये वाला क्वेश्चन गलत है, बट इस तरह जो उत्तर पत्री है उसकी जो दिख है वो खराब हो जाती है। तो इस तरह कुछ करने की जरूरत नहीं है। सिर्फ तुसीं की करना है, तुहानूं दस रहा है कि जेकर अपने को कोई प्रश्न गलत भी हो जाए तो तुसीं सिर्फ इस तरह एक लाइन लगानी होंदी है, तो एग्जामिनर नूं पता लग जाता है कि ये क्वेश्चन तुहाडा तुसीं गलत किया होया, इसलिए तुसीं लाइन लगाई हुई है। नैक्सट इंस्ट्रक्शन इस तरह है, किसी प्रश्न नूं अनशोया ना छड्डिया जाए। जिस तरह मैं तुहानूं पहलां भी कह चुका हाँ कि कोई भी क्वेश्चन तुसीं इस तरह का नहीं है जिसका तुसीं अटैम्प्ट नहीं करना। सारे ही क्वेश्चन तुसीं अटैम्प्ट जरूर करने हैं। जेकर उस पूरा क्वेश्चन तुहानूं नहीं भी आउंदा है तो तुसीं जस्ट उस क्वेश्चन दे विच जो फॉर्मूला या जो डायग्राम है वो जरूर तुसीं बना के आनी है। कोई भी जो प्रश्न है वो तुसीं छड्डना नहीं है। उत्तर पत्री उत्तर कुछ भी फालतू ना लिखा जाए। उत्तर पत्री के उपर किसी भी तरह का कोई तुसीं कोड ਜਾਂ कोई भी अपना कोई साइन चिन्ह नहीं बनाना होंदा है। उत्तर अपने उत्तर साफ लिखाई विच लिखे जान। ये भी काफ़ी इंपॉर्टेंट है कि जो एग्जामिनर है वो जेकर तुसीं साफ साफ लिखा होएगा तो उसनूं पढ़न विच दिक्कत नहीं आउंदी है तो तुहानूं फुल मार्क्स देगा, जेकर उसनूं सारा कुछ अच्छी तरह समझ आ जाए। लेकिन कई बच्चे जेकर तुहाडी राइटिंग नहीं समझ आ रही है तो उसनूं पढ़न विच दिक्कत आ रही है तो वो उत्थे गोला मार देगा कि ये समझ नहीं आ रहा, तो तुहाडे नंबर कट ले जाणगे। इसलिए हर चीज़ जो तुसी लिख रहे हो वो इस तरह लिखनी है कि वो एग्जामिनर उसनूं पढ़ सके। नैक्सट इंस्ट्रक्शन इस तरह है कि केवल नीले पैन की ही वरतों करनी है। तुसी जदों प्रश्न लिखने हैं, आंसरस लिखने हैं तो तुसी सिर्फ नीले पैन की वरतों करनी है, ब्लैक पैन या रैड पैन की वरतों नहीं करनी है। प्रश्नों के नंबर पेपर के अनुसार सही क्रम में ध्यान नाल लिखे जान। वो तुहानूं मैं पहले भी दस चुका हाँ कि जो भी क्वेश्चन तुसीं कर रहे हो, क्वेश्चन पेपर के उपर जो भी उसका नंबर है वो नंबर तुसीं उत्तर पत्री जो तुहाडी आंसर शीट है उस पर लिख के उसका सिर्फ आंसर लिखना है। प्रश्न लिखण की तुहानूं जरूरत नहीं होंदी है। खाली थां वाले उत्तर नूं चंगी तरह अंडरलाइन किया जाए। जिस जगह पर अंडरलाइन वाला क्वेश्चन है तो उसनूं अच्छी तरह अंडरलाइन कर देना, जिस तरह मैं इसनूं कर रहा हाँ। फिर मिलान करने वाले प्रश्न भी चंगी तरह किए जान। जो मिलान करने वाले प्रश्न है उसनूं भी अच्छी तरह करना है ताकि बिल्कुल सही ऑप्शन नूं सही दे नाल मैच करना है।
ਅੰਦਰੂਨੀ ਛੋਟ ਵਾਲੇ ਪ੍ਰਸ਼ਨਾਂ ਵਿੱਚੋਂ ਜੋ ਪ੍ਰਸ਼ਨ ਚੰਗੀ ਤਰ੍ਹਾਂ ਆਉਂਦਾ ਹੈ ਉਸੇ ਨੂੰ ਹੱਲ ਕੀਤਾ ਜਾਵੇ। ਹੁਣ ਇਹ ਕਈ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਕਿ ਅੰਦਰੂਨੀ ਛੂਟ ਕੀ ਹੁੰਦੀ ਹੈ। ਅੰਦਰੂਨੀ ਛੂਟ ਕੀ ਹੁੰਦੀ ਹੈ ਕਿ ਮੰਨ ਲਓ ਕਿ ਕੁਐਸਚਨ ਨੰਬਰ 22 ਹੈ ਤੁਹਾਡੇ ਕੋਲ, ਉਸ ਦੇ ਵਿੱਚ ਦੋ ਕੁਐਸਚਨ ਹੁੰਦੇ ਹਨ, ਇੱਕ ਪਹਿਲਾ ਕੁਐਸਚਨ ਫਿਰ ਜਾਂ ਪਾ ਕੇ ਦੂਸਰਾ ਕੁਐਸਚਨ ਲਿਖਿਆ ਹੁੰਦਾ ਹੈ, ਤੇ ਇਹ ਦੋਨੇ ਕੁਐਸਚਨਸ ਦੇ ਵਿੱਚੋਂ ਇੱਕ ਕੁਐਸਚਨਸ ਕਰਨਾ ਹੁੰਦਾ ਹੈ। ਜੇਕਰ ਤੁਹਾਨੂੰ ਜਿਹੜਾ ਕੁਐਸਚਨ ਦੋਨਾਂ ਵਿੱਚੋਂ ਅੱਛੀ ਤਰ੍ਹਾਂ ਆਉਂਦਾ ਹੈ ਉਸ ਨੂੰ ਤੁਸੀਂ ਅਟੈਂਪਟ ਕਰਨਾ ਹੈ, ਨਾ ਕਿ ਦੂਸਰੇ ਨੂੰ। ਜਿਸ ਤਰ੍ਹਾਂ ਮੰਨ ਲਓ ਕਿ ਇਹ ਹੁਣ ਦੋ ਪਾਰਟ ਹਨ, ਇਹ 22ਵੇਂ ਦਾ ਫਸਟ ਪਾਰਟ ਮੰਨਿਆ ਜਾਏਗਾ, ਇਹ 22ਵੇਂ ਦਾ ਦੂਸਰਾ। ਤੇ ਮੰਨ ਲਓ ਤੁਹਾਨੂੰ 22ਵੇਂ ਦਾ ਦੂਸਰਾ ਕੁਐਸਚਨ ਦੂਸਰਾ ਪਾਰਟ ਅੱਛੀ ਤਰ੍ਹਾਂ ਆ ਰਿਹਾ ਹੈ, ਤਾਂ ਤੁਸੀਂ ਇਸ ਤਰ੍ਹਾਂ ਲਿਖਣਾ ਹੈ 22ਵੇਂ ਦਾ ਪਾ ਕੇ ਇਸ ਤਰ੍ਹਾਂ ਦੂਸਰਾ ਪਾਰਟ ਪਾ ਦੇਣਾ ਹੈ, ਤਾਂ ਕਿ ਐਗਜ਼ਾਮੀਨਰ ਨੂੰ ਸਮਝ ਆ ਜਾਵੇ ਕਿ ਜੋ ਕੁਐਸਚਨ ਚੈੱਕ ਕਰ ਰਿਹਾ ਹੈ ਕਿ ਤੁਸੀਂ ਇਸ ਦਾ ਸੈਕਿੰਡ ਪਾਰਟ ਕਰ ਰਹੇ ਹੋ। ਦੋਨੋਂ ਪਾਰਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ। ਉਸ ਤੋਂ ਅਗਲੀ ਇੰਸਟਰਕਸ਼ਨ ਇਸ ਤਰ੍ਹਾਂ ਹੈ, ਰਚਨਾਵਾਂ ਵਾਲੇ ਪ੍ਰਸ਼ਨ ਸਹੀ ਮਾਪ ਲੈ ਕੇ ਕੀਤੇ ਜਾਣਗੇ। ਜੋ ਵੀ ਤੁਹਾਡਾ ਰਚਨਾਵਾਂ ਵਾਲੇ ਕੰਸਟਰਕਸ਼ਨ ਚੈਪਟਰ ਦਾ ਕੁਐਸਚਨ ਹੈ, ਉਸ ਦੇ ਜੋ ਮਾਪ ਵਗੈਰਾ ਹੈ, ਜਿੰਨਾ ਮਾਪ ਤੁਹਾਨੂੰ ਕਿਹਾ ਜਾਏਗਾ ਪੁਆਇੰਟਾਂ ਵਿੱਚ ਵੀ ਅਗਰ ਹੈ, ਮੰਨ ਲਓ ਕਿ ਕਿਸੇ ਦੀ ਆਪਾਂ ਲੈਂਥ ਲੈਣੀ ਹੈ 5.3 ਸੈਂਟੀਮੀਟਰ, ਤਾਂ ਉਸ ਨੂੰ ਤੁਸੀਂ ਅੱਛੀ ਤਰ੍ਹਾਂ ਸਕੇਲ ਦੇ ਨਾਲ ਮਾਪ ਲੈਣਾ ਹੈ ਅਤੇ ਉਸ ਨੂੰ ਬਿਲਕੁਲ ਐਕੂਰੇਟ ਲੈਣਾ ਹੈ। ਪੈਨਸਿਲ ਵਗੈਰਾ ਅੱਛੀ ਤਰ੍ਹਾਂ ਸ਼ਾਰਪ ਹੋਣੀ ਚਾਹੀਦੀ ਹੈ। ਰਚਨਾ ਦੇ ਪੱਗ ਵਿੱਚ ਥੋੜ੍ਹਾ ਹੁੰਦਾ ਹੈ ਕਨਫਿਊਜ਼ਨ ਕਿ ਰਚਨਾ ਦੇ ਪੱਗ ਲਿਖਣੇ ਹਨ ਜਾਂ ਨਹੀਂ ਲਿਖਣੇ ਹਨ, ਅਤੇ ਇਹ ਜੇਕਰ ਤੁਸੀਂ ਨਹੀਂ ਵੀ ਲਿਖੋਗੇ ਤਾਂ ਵੀ ਤੁਹਾਨੂੰ ਫੁੱਲ ਮਾਰਕਸ ਮਿਲਣਗੇ। ਅਤੇ ਜੋ ਵੀ ਕੁਐਸਚਨ ਵਿੱਚ ਜੋ ਰਫ ਡਾਇਗਰਾਮ ਹੈ, ਰਫ ਚਿੱਤਰ ਹੈ, ਉਹ ਇੱਕ ਵਾਰ ਜ਼ਰੂਰ ਬਣਾ ਕੇ ਦੇਖ ਲੈਣਾ ਹੈ, ਕਿਉਂਕਿ ਰਫ ਫਿਗਰ ਤੋਂ ਆਪਾਂ ਨੂੰ ਜੋ ਓਰੀਜਨਲ ਫਿਗਰ ਹੈ ਉਸ ਦਾ ਕਾਫੀ ਆਈਡੀਆ ਹੋ ਜਾਂਦਾ ਹੈ। ਤੇ ਰਚਨਾ ਵਾਲੇ ਕੁਐਸਚਨ ਵਿੱਚ ਇੱਕ ਧਿਆਨ ਹੋਰ ਯਾਦ ਰੱਖਣਾ ਹੈ ਕਿ ਜਿਸ ਤਰ੍ਹਾਂ ਕੋਈ ਸਰਕਲ ਦੇ ਵਿੱਚ ਆਪਾਂ ਸਪਰਸ਼ ਰੇਖਾਵਾਂ ਟੈਂਜੈਂਟ ਡਰਾ ਕਰਨੇ ਹਨ, ਤਾਂ ਜੇਕਰ ਤੁਸੀਂ ਇਕੱਲਾ ਸਰਕਲ ਵੀ ਡਰਾ ਕਰ ਦਿੱਤਾ ਤਾਂ ਵੀ ਤੁਹਾਨੂੰ ਮਾਰਕਸ ਮਿਲ ਜਾਣਗੇ। ਇਸ ਲਈ ਕੋਈ ਵੀ ਕੁਐਸਚਨ ਤੁਸੀਂ ਛੱਡਣਾ ਨਹੀਂ ਹੈ। ਜਿੰਨਾ ਕੁ ਪਾਰਟ ਤੁਹਾਨੂੰ ਕਿਸੇ ਕੁਐਸਚਨ ਦਾ ਆਉਂਦਾ ਹੈ, ਚਾਹੇ ਉਹ ਥੋੜ੍ਹਾ ਚਾਹੇ ਉਹ ਜ਼ਿਆਦਾ, ਉਹ ਲਿਖ ਕੇ ਜ਼ਰੂਰ ਆਉਣਾ ਪੇਪਰ ਦੇ ਵਿੱਚ। ਕੋਈ ਵੀ ਪ੍ਰਸ਼ਨ ਤੁਸੀਂ ਛੱਡਣਾ ਨਹੀਂ ਹੈ, ਅਤੇ ਕੋਈ ਵੀ ਜੋ ਪੰਨਾ ਹੈ ਉਹ ਵਿੱਚ ਖਾਲੀ ਨਹੀਂ ਛੱਡਣਾ। ਸਟੂਡੈਂਟ ਨੈਕਸਟ ਇੰਸਟਰਕਸ਼ਨ ਇਸ ਤਰ੍ਹਾਂ ਹੈ ਜੀ, ਤਿਕੋਣਮਿਤੀ ਦੇ ਜੋ ਕੁਐਸਚਨਸ ਹਨ ਉਹ ਆਪਾਂ ਨੂੰ ਪਤਾ ਹੈ ਕਿ ਜ਼ਿਆਦਾਤਰ ਕੁਐਸਚਨ ਦੇ ਵਿੱਚ ਆ ਜਾਂਦੇ ਹਨ ਕੁਐਸਚਨ ਪੇਪਰ ਦੇ ਵਿੱਚ। ਅਤੇ ਤਿਕੋਣਮਿਤੀ ਦਾ ਜੋ ਟੇਬਲ ਹੈ ਉਹ ਤੁਸੀਂ ਕੀ ਕਰਨਾ ਹੈ ਕਿ ਪਹਿਲਾਂ ਹੀ ਉਸ ਨੂੰ ਜੋ ਕੁਐਸਚਨ ਪੇਪਰ ਜੋ ਉੱਤਰ ਪੱਤਰੀ ਦਾ ਲਾਸਟ ਪੇਜ ਹੈ ਉੱਥੇ ਤੁਸੀਂ ਬਣਾ ਸਕਦੇ ਹੋ। ਨੈਕਸਟ ਇੰਸਟਰਕਸ਼ਨ ਦੇਖਦੇ ਹਾਂ ਜੀ, ਪ੍ਰਸ਼ਨ ਪੱਤਰ ਵਿੱਚ ਗ੍ਰਾਫ ਦਿੱਤਾ ਜਾਵੇਗਾ। ਉਹ ਤੁਹਾਨੂੰ ਗ੍ਰਾਫ ਪੇਪਰ ਜੋ ਹੈ ਉਹ ਵਿੱਚ ਹੀ ਹੁੰਦਾ ਹੈ ਆਪਣੇ ਕੋਲ, ਕੁਐਸਚਨ ਜੋ ਉੱਤਰ ਪੱਤਰੀ ਹੁੰਦੀ ਹੈ। ਜੇਕਰ ਤੁਸੀਂ ਇਹ ਪ੍ਰਸ਼ਨ ਕਰ ਰਹੇ ਹੋ ਤਾਂ ਗ੍ਰਾਫ ਪੇਪਰ ਨੂੰ ਲੇਬਲ ਜ਼ਰੂਰ ਕਰ ਲੈਣਾ ਹੈ। ਇਹ ਮੈਂ ਕਈ ਵਾਰ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਗ੍ਰਾਫ ਪੇਪਰ ਨੂੰ ਕਿਸ ਤਰ੍ਹਾਂ ਲੇਬਲ ਕਰਦੇ ਹਨ। ਇੱਧਰ ਆਪਣੇ ਕੋਲ ਐਕਸ ਤੁਰਾ ਹੁੰਦਾ ਹੈ, ਐਕਸ ਐਕਸਿਸ, ਅਤੇ ਇਸ ਤਰਫ ਹੁੰਦਾ ਆਪਣੇ ਕੋਲ ਵਾਈ ਐਕਸਿਸ। ਇਸ ਨੂੰ ਅੱਛੀ ਤਰ੍ਹਾਂ ਲੇਬਲਿੰਗ ਕਰ ਲੈਣੀ ਹੈ, ਐਕਸ ਓ ਐਕਸ ਡੈਸ਼, ਵਾਈ ਓ ਵਾਈ ਡੈਸ਼, ਅਤੇ ਇਸ ਤਰਫ ਪੋਜ਼ੀਟਿਵ ਨੰਬਰਸ ਹੁੰਦੇ ਹਨ ਅਤੇ ਇਸ ਤਰਫ ਆਪਣੇ ਕੋਲ ਨੈਗੇਟਿਵ ਨੰਬਰ ਹੁੰਦੇ ਹਨ। ਇਸ ਤਰ੍ਹਾਂ ਇਸ ਦੀ ਅੱਛੀ ਤਰ੍ਹਾਂ ਲੇਬਲਿੰਗ ਕਰ ਲੈਣੀ ਹੈ। ਜੇਕਰ ਕਿਸੇ ਪ੍ਰਸ਼ਨ ਵਿੱਚ ਚਿੱਤਰ ਦੀ ਲੋੜ ਹੈ ਤਾਂ ਜ਼ਰੂਰ ਬਣਾਉਣਾ ਹੈ। ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਜੋ ਥਿਊਰਮਸ ਹੁੰਦੀਆਂ ਹਨ ਉਹਨਾਂ ਦੇ ਵਿੱਚ, ਜਾਂ ਜੋ ਆਪਣੇ ਕੋਲ ਐਪਲੀਕੇਸ਼ਨ ਆਫ ਟਿਗਨੋਮੈਟਰੀ ਦੀ ਜੋ ਜਾਣ ਪਛਾਣ ਹੈ ਜਾਂ ਉਸ ਦੀ ਜੋ ਆਪਣੇ ਕੋਲ ਉਪਯੋਗ ਹਨ, ਉਹਨਾਂ ਵਿੱਚ ਆਪਣੇ ਕੋਲ ਜੋ ਚਿੱਤਰ ਹੈ ਉਹ ਕਾਫੀ ਇੰਪੋਰਟੈਂਟ ਹੁੰਦਾ ਹੈ। ਉਸ ਤੋਂ ਬਿਨਾਂ ਆਪਾਂ ਕੁਐਸਚਨ ਨੂੰ ਸੋਲਵ ਨਹੀਂ ਕਰ ਸਕਦੇ। ਅਤੇ ਜੇਕਰ ਕਿਸੇ ਕੁਐਸਚਨ ਦੇ ਵਿੱਚ ਚਿੱਤਰ ਬਣਾਉਣ ਦੀ ਲੋੜ ਪੈਂਦੀ ਹੈ ਤਾਂ ਉਸ ਨੂੰ ਜ਼ਰੂਰ ਬਣਾਉਣਾ ਹੈ। ਉਹ ਚਾਹੇ ਤੁਸੀਂ ਮੇਨਲੀ ਤੁਸੀਂ ਪੈਨਸਿਲ ਨਾਲ ਬਣਾਉਣਾ ਹੁੰਦਾ ਹੈ। ਜੇਕਰ ਪੈਨਸਿਲ ਨਾਲ ਵੀ ਨਹੀਂ ਬਣ ਰਿਹਾ ਤਾਂ ਤੁਸੀਂ ਉਸ ਨੂੰ ਪੈਨ ਨਾਲ ਵੀ ਤੁਸੀਂ ਬਣਾ ਸਕਦੇ ਹੋ। ਅਤੇ ਚਿੱਤਰ ਬਣਾ ਕੇ ਉਸ ਨੂੰ ਲੇਬਲ ਵੀ ਕਰਨਾ ਹੈ ਕਿ ਕਿਹੜੀ ਚੀਜ਼ ਕਿਸ ਜਗ੍ਹਾ 'ਤੇ ਆਪਾਂ ਲਈ ਹੈ, ਅਤੇ ਉਸ ਨੂੰ ਲੇਬਲਿੰਗ ਅੱਛੀ ਤਰ੍ਹਾਂ ਕਰ ਦੇਣੀ ਹੈ। ਸਟੂਡੈਂਟ ਅਗਲੀ ਜੋ ਹੁਣ ਆਪਾਂ ਇੰਸਟਰਕਸ਼ਨ ਪੜ੍ਹ ਲੈਂਦੇ ਹਾਂ, ਅਗਲੀ ਇੰਸਟਰਕਸ਼ਨ ਆਪਣੇ ਕੋਲ ਕੀ ਹੈ ਜੀ, ਅਗਲੀ ਇੰਸਟਰਕਸ਼ਨ ਹੈ ਸਮੀਕਰਨਾਂ ਨੂੰ ਧਿਆਨ ਨਾਲ ਲਿਖੋ। ਇਹ ਜੋ ਸਮੀਕਰਨਾਂ ਹੈ ਆਪਣੇ ਕੋਲ ਦੋ ਚੈਪਟਰਸ ਦੇ ਵਿੱਚ ਮੇਨਲੀ ਆਉਂਦੀਆਂ ਹਨ। ਇੱਕ ਹੈ ਚੈਪਟਰ 4 ਦੋ ਘਾਤੀ ਸਮੀਕਰਨ, ਜਾਂ ਉਸ ਨੂੰ ਇੰਗਲਿਸ਼ ਵਿੱਚ ਕਹਿੰਦੇ ਹਨ ਕੁਆਡਰੇਟਿਕ ਇਕੁਏਸ਼ਨ, ਅਤੇ ਇੱਕ ਹੈ ਚੈਪਟਰ ਨੰਬਰ 2 ਪੋਲੀਨੋਮੀਅਲ, ਜਾਂ ਉਸ ਨੂੰ ਪੰਜਾਬੀ ਵਿੱਚ ਕਹਿੰਦੇ ਹਨ ਬਹੁਪਦ। ਅਤੇ ਉਸ ਦੇ ਵਿੱਚ ਆਪਾਂ ਕੀ ਕਰਨਾ ਹੁੰਦਾ, ਐਕਸ ਦੀ ਘਾਤ ਪਾਉਣੀ ਹੁੰਦੀ ਹੈ, ਐਕਸ ਦੀ ਪਾਵਰ 2 ਪਾਉਣੀ ਹੁੰਦੀ ਹੈ। ਅਤੇ ਜ਼ਿਆਦਾਤਰ ਬੱਚੇ ਕੀ ਕਰਦੇ ਹਨ, ਉਸ ਨੂੰ ਐਕਸ ਦੇ ਨਾਲ 2 ਇਸ ਤਰ੍ਹਾਂ ਲਿਖ ਦਿੰਦੇ ਹਨ, ਜੋ ਕਿ ਇੱਕ ਗਲਤ ਨੋਟੇਸ਼ਨ ਹੈ, ਇਹ ਸਹੀ ਨਹੀਂ ਹੈ। ਅਗਰ ਆਪਾਂ ਐਕਸ ਦੇ ਘਾਤ ਕਿਹਾ ਗਿਆ 2 ਹੈ, ਅਤੇ ਐਕਸ ਦੀ ਘਾਤ ਮਤਲਬ ਐਕਸ ਦੇ ਉੱਪਰ ਆਪਾਂ 2 ਪਾਉਣਾ ਹੈ, ਜਿਸ ਤਰ੍ਹਾਂ ਕਿ ਇਹ ਲਿਖਿਆ ਹੋਇਆ ਹੈ। ਇਹ ਸਹੀ ਨੋਟੇਸ਼ਨ ਹੈ ਅਤੇ ਇਹ ਆਪਣੇ ਕੋਲ ਇੱਕ ਗਲਤ ਨੋਟੇਸ਼ਨ ਹੈ। ਹੋਪ ਕਿ ਸਟੂਡੈਂਟ ਇਹ ਜਿੰਨੀ ਵੀ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਤੁਹਾਨੂੰ ਇਹ ਸਾਰੀ ਹੀ ਅੱਛੀ ਤਰ੍ਹਾਂ ਸਮਝ ਲੱਗ ਗਈ ਹੋਏਗੀ, ਅਤੇ ਉਮੀਦ ਕਰਦਾ ਹਾਂ
ਕਿ ਤੁਸੀਂ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਜੋ ਤੁਸੀਂ ਪੇਪਰ ਦੇ ਵਿੱਚ ਵੱਧ ਤੋਂ ਵੱਧ ਨੰਬਰ ਲੈ ਸਕੋ। ਧੰਨਵਾਦ। ਬੈਸਟ ਆਫ ਲੱਕ।